ਗੈਮੀਟੋਫਿਟਿਕ ਚਰਨ ਵਿੱਚ ਆਰਕੀਗੋਨੀਆ ਅਤੇ ਐਂਥਰੀਡੀਆ ਵਿਕਸਤ ਹੁੰਦੇ ਹਨ, ਜੋ ਅੰਡੇ ਅਤੇ ਸ਼ੁਕਰਾਣੂ ਬਣਾਉਂਦੇ ਹਨ। ਯੁਗਮਕ ਮਿਲ ਕੇ ਯੁਗਮਜ ਬਣਾਉਂਦੇ ਹਨ, ਜੋ ਸਪੋਰੋਫਾਈਟ ਦੇ ਰੂਪ ਵਿੱਚ ਵਿਕਸਤ ਹੁੰਦੇ ਹਨ। ਇਸ ਦੇ ਸਪੋਰੋਫਿਟਿਕ ਚਰਨ ਵਿੱਚ ਸਪੋਰਸ ਪੈਦਾ ਹੁੰਦੇ ਹਨ। ਇਹ ਸਪੋਰਸ ਸੋਰਾਈ ਨਾਂ ਦੀ ਸੰਰਚਨਾ ਵਿੱਚ ਹੁੰਦੇ ਹਨ, ਜੋ ਕਿ ਸਪੋਰੋਫਾਈਟ ਉੱਤੇ ਮੌਜੂਦ ਹੁੰਦੇ ਹਨ। ਵਿਦਿਆਰਥੀਓ, ਹੁਣ ਬ੍ਰਾਇਓਫਾਈਟਸ ਅਤੇ ਟੇਰੀਡੋਫਾਈਟਸ ਦੇ ਬਾਅਦ ਗੱਲ ਕਰਦੇ ਹਾਂ ਜਿਮਨੋਸਪਰਮਸ ਦੀ। ਇਹ ਸ਼ਬਦ ਦੋ ਸ਼ਬਦਾਂ ਨਾਲ ਮਿਲ ਕੇ ਬਣਿਆ ਹੈ। ਜਿਮਨੋਸ, ਜਿਸ ਦਾ ਮਤਲਬ ਹੈ ਅਣਢਕਿਆ, ਅਤੇ ਸਪਰਮ, ਜਿਸ ਦਾ ਮਤਲਬ ਹੈ ਬੀਜ। ਭਾਵ ਇਹ ਉਹ ਪੌਦੇ ਹਨ ਜਿਨ੍ਹਾਂ ਦੇ ਬੀਜ ਫਲ ਨਾਲ ਢਕੇ ਨਹੀਂ ਹੁੰਦੇ, ਜਾਂ ਅਸੀਂ ਕਹਿ ਸਕਦੇ ਹਾਂ ਕਿ ਬੀਜ ਫਲ ਦੇ ਅੰਦਰ ਨਹੀਂ ਹੁੰਦੇ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਹਨਾਂ ਦੇ ਬੀਜਾਂ ਉੱਤੇ ਫਲ ਦੀਆਂ ਪਰਤਾਂ ਨਹੀਂ ਹੁੰਦੀਆਂ ਅਤੇ ਬੀਜ ਨੰਗੇ ਹੁੰਦੇ ਹਨ। ਇਹਨਾਂ ਪੌਦਿਆਂ ਦੇ ਪੱਤੇ ਸੂਈ ਦੇ ਆਕਾਰ ਦੇ ਹੁੰਦੇ ਹਨ। ਇਹਨਾਂ ਪੌਦਿਆਂ ਨੂੰ ਸ਼ੰਕੂਧਾਰੀ ਜਾਂ ਕੋਨ ਬੀਅਰਿੰਗ ਵੀ ਕਹਿੰਦੇ ਹਨ। ਜ਼ਿਆਦਾਤਰ ਸ਼ੰਕੂਧਾਰੀ ਭਾਵ ਕੋਨੀਫਰਸ ਸਦਾਬਹਾਰ ਹੁੰਦੇ ਹਨ। ਪਰਾਗਣ ਦੇ ਸਮੇਂ ਨਰ ਪਰਾਗ ਕਣ ਸ਼ੰਕੂਆਂ ਉੱਤੇ ਉਦੋਂ ਤੱਕ ਡਿੱਗਦੇ ਰਹਿੰਦੇ ਹਨ ਜਦੋਂ ਤੱਕ ਉਹ ਅੰਡਾਣੂਆਂ ਤੇ ਨਾ ਪੈ ਜਾਣ। ਚਲੋ ਇਸ ਨੂੰ ਚੰਗੀ ਤਰ੍ਹਾਂ ਸਮਝਣ ਲਈ ਵਿਜ਼ੂਅਲਸ ਵੇਖੀਏ। ਇਹ ਇੱਕ ਜਿਮਨੋਸਪਰਮ ਪ੍ਰਜਾਤੀ ਦਾ ਪੌਦਾ ਹੈ। ਇਹ ਪ੍ਰਜਨਨ ਕਿਰਿਆ ਲਈ ਦੋ ਤਰ੍ਹਾਂ ਦੇ ਸਪੋਰਸ ਪੈਦਾ ਕਰਦਾ ਹੈ, ਮਾਈਕਰੋਸਪੋਰਸ ਜਾਂ ਪਰਾਗਕਣ ਅਤੇ ਮੈਗਾਸਪੋਰਸ ਜਾਂ ਅੰਡਾ। ਮਾਈਕਰੋਸਪੋਰਸ ਮਾਈਕਰੋਸਪੋਰੈਂਜੀਅਮ ਵਿੱਚ ਉਤਪੰਨ ਹੁੰਦੇ ਹਨ ਅਤੇ ਮੈਗਾਸਪੋਰਸ ਮੈਗਾਸਪੋਰੈਂਜੀਅਮ ਵਿੱਚ ਪੈਦਾ ਹੁੰਦੇ ਹਨ। ਇਹ ਮਾਈਕਰੋਸਪੋਰੈਂਜੀਅਮ ਅਤੇ ਮੈਗਾਸਪੋਰੈਂਜੀਅਮ ਪੌਦਿਆਂ ਵਿੱਚ ਪੱਤੀਆਂ ਵਰਗੀ ਬਣਤਰ ਮਾਈਕਰੋਸਪੋਰੋਫਿਲ ਅਤੇ ਮੈਗਾਸਪੋਰੋਫਿਲ ਉੱਤੇ ਮੌਜੂਦ ਹੁੰਦੇ ਹਨ। ਕਿਉਂਕਿ ਜਿਮਨੋਸਪਰਮਸ ਦੋ ਤਰ੍ਹਾਂ ਦੇ ਸਪੋਰ ਉਤਪੰਨ ਕਰਦੇ ਹਨ, ਇਸ ਲਈ ਇਹ ਹੈਟਰੋਸਪੋਰਸ ਅਖਵਾਉਂਦੇ ਹਨ। ਮਾਈਕਰੋਸਪੋਰੋਫਿਲ ਅਤੇ ਮੈਗਾਸਪੋਰੋਫਿਲ ਵਿੱਚ ਨਿਸ਼ੇਚਨ ਹੁੰਦਾ ਹੈ। ਨਿਸ਼ੇਚਨ ਤੋਂ ਬਾਅਦ ਦੋ ਸੂਤਰ ਗੁਣਿਤ ਯੁਗਮਜ ਭਰੂਣ ਵਿੱਚ ਬਦਲ ਜਾਂਦਾ ਹੈ। ਇਸ ਭਰੂਣ ਵਿੱਚ ਬੀਜ ਹੁੰਦਾ ਹੈ। ਇਹ ਭਰੂਣ ਮੈਗਾਸਪੋਰੋਫਿਲ ਜਾਂ ਮਾਦਾ ਸ਼ੰਕੂਆਂ ਨਾਲ ਜੁੜੇ ਰਹਿੰਦੇ ਹਨ। ਜਦੋਂ ਬੀਜ ਪੱਕ ਕੇ ਸੁੱਕ ਜਾਂਦੇ ਹਨ ਤਾਂ ਇਹ ਝੜ ਜਾਂਦੇ ਹਨ। ਅਨੁਕੂਲ ਹਾਲਾਤਾਂ ਵਿੱਚ ਇਹ ਬੀਜ ਪੁੰਗਰ ਕੇ ਨਵੇਂ ਸਪੋਰੋਫਾਈਟ ਵਿੱਚ ਵਿਕਸਤ ਹੁੰਦੇ ਹਨ। ਬੱਚਿਓ, ਚਲੋ ਹੁਣ ਗੱਲ ਕਰਦੇ ਹਾਂ ਐਂਜੀਓਸਪਰਮਸ ਦੀ। ਐਂਜੀਓਸਪਰਮਸ ਫੁੱਲਾਂ ਵਾਲੇ ਪੌਦੇ ਹੁੰਦੇ ਹਨ। ਪੌਦਾ ਜਗਤ ਵਿੱਚ ਐਂਜੀਓਸਪਰਮਸ ਸਭ ਤੋਂ ਵੱਡਾ ਸਮੂਹ ਹੈ। ਇਹਨਾਂ ਵਿੱਚ ਸਪਸ਼ਟ ਜੜ੍ਹਾਂ, ਤਣੇ, ਪੱਤੇ ਅਤੇ ਫੁੱਲ ਹੁੰਦੇ ਹਨ। ਇਹਨਾਂ ਵਿੱਚ ਬੀਜ ਵੀ ਹੁੰਦੇ ਹਨ। ਬੀਜ ਉਦੋਂ ਬਣਦੇ ਹਨ ਜਦੋਂ ਅੰਡਕੋਸ਼ ਵਿੱਚ ਅੰਡਾਣੂ ਪਰਾਗਾ ਰਾਹੀਂ ਨਿਸ਼ੇਚਿਤ ਹੁੰਦੇ ਹਨ। ਇਹਨਾਂ ਦੇ ਬੀਜ ਫਲ ਦੇ ਅੰਦਰ ਰਹਿੰਦੇ ਹਨ। ਹੁਣ ਅਸੀਂ ਐਂਜੀਓਸਪਰਮਸ ਵਿੱਚ ਲਿੰਗੀ ਪ੍ਰਜਨਨ ਦੇ ਬਾਰੇ ਹੋਰ ਜਾਣਦੇ ਹਾਂ। ਐਂਜੀਓਸਪਰਮਸ ਦੇ ਪ੍ਰਜਨਨ ਹਿੱਸਿਆਂ ਦੀ ਬਣਤਰ। ਐਂਜੀਓਸਪਰਮਸ ਵਿੱਚ ਇੱਕ ਖਾਸ ਪ੍ਰਜਨਨ ਅੰਗ ਹੁੰਦੇ ਹਨ, ਜਿਨ੍ਹਾਂ ਨੂੰ ਫੁੱਲ ਕਿਹਾ ਜਾਂਦਾ ਹੈ। ਫੁੱਲ ਇੱਕ ਸੰਘਣੀ ਸ਼ਾਖਾ ਹੁੰਦੀ ਹੈ। ਫੁੱਲਾਂ ਦੇ ਅੰਦਰ ਮਾਦਾ ਜਨਨ ਅੰਗ, ਇਸਤਰੀ ਕੇਸਰ ਭਾਵ ਪਿਸਟਿਲ ਅਤੇ ਨਰ ਜਨਨ ਅੰਗ ਪੁੰਕੇਸਰ ਭਾਵ ਸਟੇਮਨ ਹੁੰਦੇ ਹਨ। ਫੁੱਲ ਦੇ ਚਾਰ ਮੁੱਖ ਹਿੱਸੇ ਹੁੰਦੇ ਹਨ: ਹਰੀਆਂ ਪੱਤੀਆਂ ਜਾਂ ਸੈਪਲਜ਼, ਇਹ ਸਭ ਤੋਂ ਉੱਪਰਲਾ, ਅਤੇ ਕਾਰਪਲ ਸਭ ਤੋਂ ਅੰਦਰਲਾ ਹਿੱਸਾ
ਹੁੰਦਾ। ਸਭ ਤੋਂ ਬਾਹਰਲਾ ਹਿੱਸਾ ਫੁੱਲ ਕੋਸ਼ ਦੀਆਂ ਪੱਤੀਆਂ ਜਾਂ ਸੈਪਲਸ ਮਿਲ ਕੇ ਕੈਲਿਕਸ ਬਣਾਉਂਦੇ ਹਨ। ਸੈਪਲ ਤੋਂ ਅੱਗੇ ਪੰਖੜੀਆਂ ਜਾਂ ਰੰਗਦਾਰ ਪੱਤੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਸਮੂਹਕ ਰੂਪ ਵਿੱਚ ਕੋਰੋਲਾ ਕਿਹਾ ਜਾਂਦਾ ਹੈ। ਕੋਰੋਲਾ ਰੰਗਦਾਰ ਖੁੱਲੀਆਂ ਹੋਈਆਂ ਪੱਤੀਆਂ ਹੁੰਦੀਆਂ ਹਨ। ਕੋਰੋਲਾ ਦੇ ਅੰਦਰਲੇ ਹਿੱਸੇ ਵਿੱਚ ਪੁੰਕੇਸਰ ਹੁੰਦੇ ਹਨ। ਪੁੰਕੇਸਰ ਫੁੱਲ ਦੇ ਨਰ ਜਣਨ ਅੰਗ ਹੁੰਦੇ ਹਨ। ਹਰ ਪੁੰਕੇਸਰ ਵਿੱਚ ਇੱਕ ਡੰਡੀ ਜਾਂ ਫਿਲਾਮੈਂਟ ਅਤੇ ਪਰਾਗਕੋਸ਼ ਭਾਵ ਐਂਥਰ ਹੁੰਦੇ ਹਨ। ਇਹ ਪਰਾਗਕੋਸ਼ ਪਰਾਗਕਣ ਬਣਾਉਂਦੇ ਹਨ, ਜਿਨ੍ਹਾਂ ਤੋਂ ਨਰ ਯੁਗਮਕ ਬਣਦੇ ਹਨ। ਫੁੱਲ ਦਾ ਸਭ ਤੋਂ ਅੰਦਰੂਨੀ ਭਾਗ ਅੰਡਜ ਪੁੰਜ ਯਾਨੀ ਕਾਰਪਲ ਦਾ ਬਣਿਆ ਹੁੰਦਾ ਹੈ। ਕਾਰਪਲ ਨੂੰ 3 ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਅੰਡਕੋਸ਼ ਯਾਨੀ ਓਵਰੀ, ਪਰਾਗਕਣ ਵਾਹਿਨੀ ਜਾਂ ਸਟਾਈਲ ਅਤੇ ਪਰਾਗਕਣ ਗਰਾਹੀ ਭਾਵ ਸਟਿਗਮਾ। ਅੰਡਕੋਸ਼, ਪਰਾਗਕਣ ਵਾਹਿਨੀ ਅਤੇ ਪਰਾਗਕਣ ਗਰਾਹੀ ਮਿਲ ਕੇ ਅੰਡਜ ਪੁੰਜ ਬਣਾਉਂਦੇ ਹਨ। ਇੱਕ ਅੰਡਕੋਸ਼ ਵਿੱਚ ਇੱਕ ਜਾਂ ਇੱਕ ਤੋਂ ਜ਼ਿਆਦਾ ਅੰਡਜ ਹੋ ਸਕਦੇ ਹਨ। ਅਜਿਹੇ ਫੁੱਲਾਂ ਨੂੰ ਦੋਲਿੰਗੀ ਭਾਵ ਬਾਇਸੈਕਸ਼ੁਅਲ ਫੁੱਲ ਆਖਦੇ ਹਨ। ਅਜਿਹੇ ਫੁੱਲ ਜਿਨ੍ਹਾਂ ਵਿੱਚ ਜਣਨ ਅੰਗ ਅਲੱਗ-ਅਲੱਗ ਫੁੱਲਾਂ ਵਿੱਚ ਹੁੰਦੇ ਹਨ, ਉਹਨਾਂ ਨੂੰ ਇੱਕ ਲਿੰਗੀ ਭਾਵ ਯੂਨੀਸੈਕਸ਼ੁਅਲ ਫੁੱਲ ਕਹਿੰਦੇ ਹਨ। ਫੁੱਲ ਚਾਹੇ ਇੱਕ ਲਿੰਗੀ ਹੋਵੇ ਜਾਂ ਦੋ ਲਿੰਗੀ, ਉਸ ਵਿੱਚ ਲਿੰਗੀ ਪ੍ਰਜਨਨ ਲਈ ਪਰਾਗਣ ਦਾ ਹੋਣਾ ਜ਼ਰੂਰੀ ਹੈ। ਪਰਾਗਣ ਵਿੱਚ ਕੁਝ ਏਜੰਟ ਜਿਵੇਂ ਹਵਾ, ਪਾਣੀ, ਕੀੜੇ, ਸ਼ਹਿਦ ਦੀਆਂ ਮੱਖੀਆਂ ਤੇ ਪੰਛੀ ਸਹਾਈ ਹੁੰਦੇ ਹਨ। ਚਲੋ ਵੇਖਦੇ ਹਾਂ ਕਿ ਇੱਕ ਫੁੱਲ ਦਾ ਪਰਾਗਣ ਕਿਵੇਂ ਹੁੰਦਾ ਹੈ। ਪਰਾਗਣ ਭਾਵ ਪੋਲੀਨੇਸ਼ਨ। ਪਰਾਗ ਕਣਾਂ ਦਾ ਪਰਾਗਕੋਸ਼ ਤੋਂ ਪਰਾਗਕਣ ਗਰਾਹੀ ਭਾਵ ਸਟਿਗਮਾ ਤੱਕ ਪਹੁੰਚਣਾ ਪਰਾਗਣ ਅਖਵਾਉਂਦਾ ਹੈ। ਜੇ ਪਰਾਗਕੋਸ਼ ਤੋਂ ਪਰਾਗਕਣ ਉਸੇ ਫੁੱਲ ਦੀ ਪਰਾਗਕਣ ਗਰਾਹੀ ਤੱਕ ਜਾਣ ਤਾਂ ਇਸ ਨੂੰ ਸਵੈ ਪਰਾਗਣ ਭਾਵ ਸੈਲਫ ਪੋਲੀਨੇਸ਼ਨ ਕਹਿੰਦੇ ਹਨ। ਜਦੋਂ ਪਰਾਗਕਣ ਕਿਸੇ ਦੂਜੇ ਪੌਦੇ ਦੇ ਫੁੱਲ ਦੀ ਪਰਾਗਕਣ ਗਰਾਹੀ ਤੱਕ ਜਾਣ ਤਾਂ ਇਸ ਨੂੰ ਪਰ ਪਰਾਗਣ ਭਾਵ ਕ੍ਰਾਸ ਪੋਲੀਨੇਸ਼ਨ ਕਹਿੰਦੇ ਹਨ। ਪਰਿਪੱਕਤਾ ਆਉਣ ਤੇ ਪਰਾਗਕੋਸ਼ ਫਟ ਕੇ ਪਰਾਗਕਣਾਂ ਨੂੰ ਮੁਕਤ ਕਰਦਾ ਹੈ। ਇਹ ਮੁਕਤ ਹੋਏ ਪਰਾਗਕਣ ਪਰਾਗਕਣ ਗਰਾਹੀ ਤੱਕ ਪਹੁੰਚ ਜਾਂਦੇ ਹਨ। ਪਰਾਗਕਣ ਗਰਾਹੀ ਤੱਕ ਪਹੁੰਚਣ ਤੋਂ ਬਾਅਦ ਉਹਨਾਂ ਵਿੱਚੋਂ ਇੱਕ ਖੋਖਲੀ ਟਿਊਬ ਵਿਕਸਤ ਹੁੰਦੀ ਹੈ, ਜਿਸ ਨੂੰ ਪਰਾਗਣ ਨਲੀ ਕਹਿੰਦੇ ਹਨ। ਇਸ ਕਿਰਿਆ ਨੂੰ ਪਰਾਗ ਦਾ ਪੁੰਗਰਨਾ ਭਾਵ ਪੋਲਨ ਜਰਮੀਨੇਸ਼ਨ ਕਹਿੰਦੇ ਹਨ। ਪਰਾਗਣ ਨਲੀ ਪਰਾਗਕਣ ਵਾਹਿਨੀ ਵਿੱਚ ਵਿਕਸਤ ਹੋ ਕੇ ਅੰਡਕੋਸ਼ ਤੱਕ ਪਹੁੰਚ ਜਾਂਦੀ ਹੈ। ਅੰਡਕੋਸ਼ ਅੰਦਰ ਅੰਡਜ ਹੁੰਦਾ ਹੈ। ਇੱਥੇ ਪਹੁੰਚਦੇ ਪਹੁੰਚਦੇ ਪਰਾਗਕਣ ਨਲੀ ਵਿੱਚ 2 ਨਰ ਯੁਗਮਕ ਬਣ ਜਾਂਦੇ ਹਨ। ਇੱਕ ਨਰ ਯੁਗਮਕ ਅੰਡਜ ਵਿੱਚ ਵਿਲੀਨ ਹੋ ਕੇ ਯੁਗਮਜ ਬਣਾਉਂਦਾ ਹੈ। ਅੰਡਜ ਅਤੇ ਨਰ ਯੁਗਮਕ ਦੇ ਇਸ ਮੇਲ ਨੂੰ ਨਿਸ਼ੇਚਨ ਆਖਦੇ ਹਨ। ਦੂਜਾ ਨਰ ਯੁਗਮਕ ਦੋਹਰੀ ਗੁਣਸੂਤਰੀ ਸੰਖਿਆ ਵਾਲੇ ਸੈਕੰਡਰੀ ਕੇਂਦਰਕ ਨਾਲ ਮਿਲ ਕੇ ਭਰੂਣ ਪੋਸ਼ ਬਣਾਉਂਦੇ ਹਨ।
ਇਸ ਨਾਲ ਅਸੀਂ ਪਾਠ ਦੇ ਅੰਤ ਵਿੱਚ ਪੁੱਜ ਗਏ ਹਾਂ। ਇਸ ਪਾਠ ਵਿੱਚ ਅਸੀਂ ਜੋ ਵੀ ਸਿੱਖਿਆ ਹੈ, ਆਓ ਉਸ ਨੂੰ ਦੁਹਰਾ ਲਈਏ। ਅੱਜ ਅਸੀਂ ਲਿੰਗੀ ਪ੍ਰਜਨਨ ਦੀ ਗੱਲ ਕੀਤੀ। ਲਿੰਗੀ ਪ੍ਰਜਨਨ ਪ੍ਰਜਨਨ ਦੀ ਅਜਿਹੀ ਵਿਧੀ ਹੈ ਜਿਸ ਵਿੱਚ ਨਰ ਅਤੇ ਮਾਦਾ ਦੋਵੇਂ ਹਿੱਸਾ ਲੈਂਦੇ ਹਨ। ਜਿਨ੍ਹਾਂ ਜੀਵਾਂ ਦੇ ਅੰਦਰ ਨਰ ਤੇ ਮਾਦਾ ਦੋਨੋਂ ਪ੍ਰਕਾਰ ਦੇ ਜਣਨ ਅੰਗ ਮੌਜੂਦ ਹੁੰਦੇ ਹਨ, ਉਹਨਾਂ ਨੂੰ ਦੋ ਲਿੰਗੀ ਜੀਵ ਕਹਿੰਦੇ ਹਨ। ਅਜਿਹੇ ਜੀਵ ਜੋ ਕੇਵਲ ਇੱਕ ਪ੍ਰਕਾਰ ਦੇ ਯੁਗਮਕ ਪੈਦਾ ਕਰਦੇ ਹਨ, ਉਹ ਇੱਕ ਲਿੰਗੀ ਜੀਵ ਅਖਵਾਉਂਦੇ ਹਨ। ਨਰ ਯੁਗਮਕ ਮਾਦਾ ਯੁਗਮਕ ਵਿੱਚ ਵਿਲੀਨ ਹੋ ਕੇ ਕੁਝ ਸੈੱਲ ਬਣਾਉਂਦਾ ਹੈ, ਜਿਨ੍ਹਾਂ ਨੂੰ ਯੁਗਮਜ ਆਖਦੇ ਹਨ। ਇਹ ਯੁਗਮਜ ਨਵੇਂ ਜੀਵ ਨੂੰ ਉਤਪੰਨ ਕਰਦਾ ਹੈ। ਨਰ ਅਤੇ ਮਾਦਾ ਯੁਗਮਕ ਦੇ ਇਸ ਮੇਲ ਨੂੰ